ਸਤਿ ਸ਼੍ਰੀ ਅਕਾਲ ਜੀ। ਮੈਂ ਰਿਟਾਇਰਡ ਸੂਬੇਦਾਰ ਮੇਜਰ ਲਾਲ ਸਿੰਘ ਸ਼ੇਰੋਂ ਚੜ੍ਹਦਾ ਪੰਜਾਬ YouTube ਚੈਨਲ ਲਈ ਕਰੰਸੀ ਨੋਟ ਲੜੀਵਾਰ ਦੀ ਚੌਥੀ ਕਹਾਣੀ ਪੜ੍ਹਨ ਜਾ ਰਿਹਾ ਹਾਂ। ਕਹਾਣੀ ਦਾ ਟਾਈਟਲ ਹੈ ਨਸ਼ਾ ਮੁਕਤ ਪੰਜਾਬ। ਨਸ਼ਾ ਮੁਕਤ ਪੰਜਾਬ। ਗੁਰਮਨਪ੍ਰੀਤ ਮਾਂ ਦਾ ਲਾਡਲਾ ਗੁਰੀ ਅਤੇ ਬਾਪੂ ਦਾ ਪ੍ਰੀਤ ਤਹਿਸੀਲ ਦੇ ਸਕੂਲ ਵਿੱਚ 12ਵੀਂ ਕਲਾਸ ਪਾਸ ਕਰਕੇ ਵੱਡੇ ਸ਼ੀਸ਼ਿਆਂ ਵਾਲੇ ਇੰਜੀਨੀਅਰਿੰਗ ਕਾਲਜ ਵਿੱਚ ਦਾਖਲ ਹੋ ਗਿਆ। 10ਵੀਂ ਆਪਣੇ ਪਿੰਡ ਹੀ ਪਾਸ ਕੀਤੀ ਸੀ। ਜਦੋਂ 11ਵੀਂ ਵਿੱਚ ਦਾਖਲਾ ਲਿਆ ਤਾਂ ਰਿਹਾੜ ਕਰਕੇ ਬਾਪੂ ਕੋਲੋਂ ਨਵਾਂ ਸਾਈਕਲ ਲਿਆ। ਇੱਕ ਕੁੜੀ ਬਬਲਜੀਤ ਬਬਲੀ ਅਤੇ ਇੱਕ ਪੁੱਤਰ, 4-5 ਜੀਆਂ ਦਾ ਛੋਟਾ ਜਿਹਾ ਪਰਿਵਾਰ, 5 ਏਕੜ ਪੈਲੀ, 3 ਮੱਝਾਂ, ਪਿੰਡ ਦੇ ਬਾਹਰ ਫਿਰਨੀ ਉੱਪਰ ਦਰਵਾਜ਼ੇ ਤੇ ਬੈਠਕ ਵਾਲਾ ਘਰ, ਪਸ਼ੂਆਂ ਦਾ ਬਾਗਲ ਅਲੱਗ। ਪ੍ਰੀਤ ਦੀ ਮਾਂ ਸਰਜੀਤੋ ਨੇ ਵੀ ਸਿਫਾਰਿਸ਼ ਕਰ ਦਿੱਤੀ, ਸੁੱਖ ਨਾਲ ਮੇਰਾ ਗੁਰੀ ਹੁਣ 11ਵੀਂ 'ਚ ਹੋ ਗਿਆ, ਹੁਣ ਕੀ ਇਹ ਪੈਦਲ ਸਕੂਲ ਜਾਵੇਗਾ? ਬਬਲੀ ਦੇ ਬਾਪੂ, ਮੇਰੇ ਗੁਰੀ ਨੂੰ ਨਵਾਂ ਸਾਈਕਲ ਲੈ ਦਿਓ, ਮੈਨੂੰ ਭਾਵੇਂ ਡੰਡੀਆਂ ਅਗਲੇ ਸਾਲ ਕਰਵਾ ਦਿਓ। 11ਵੀਂ ਵੇਲੇ ਦੀ ਗੱਲ ਹੋਰ ਸੀ। 5000 ਰੁਪਏ ਦਾ ਨਵਾਂ ਸਾਈਕਲ ਆ ਗਿਆ ਸੀ। ਪਰ ਹੁਣ ਜਿਹੜਾ ਇਹ ਕਲੇਸ਼ ਕਰਦਾ, ਮੇਰਾ ਮਨ ਕਰਦਾ ਇਸ ਨੂੰ ਪੜ੍ਹਨੋਂ ਹੀ ਹਟਾ ਲਈਏ। ਟਰੈਕਟਰ ਦੀ ਕਿਸ਼ਤ, ਕਾਰਪੋਰੇਟ ਬੈਂਕ ਦਾ ਕਰਜ਼ਾ, 20000 ਰੁਪਏ ਦੇਵੀ ਰਾਮ ਅਗਰਵਾਲ ਦੇ, ਵੱਡੀ ਬੇਬੇ ਦੇ ਮਰਗ ਦੇ, 10000 ਰੁਪਏ ਨਾਨਕ ਸ਼ੱਕ ਵਾਲੇ। ਇਸ ਕੰਜਰ ਦੇ ਪੁੱਤ ਨੂੰ ਪਤਾ ਵੀ ਹੈ ਜਿਹੜਾ ਇਹ ਬੰਬੂ ਕਾਟ ਮੰਗਦਾ ਉਹ 1 ਲੱਖ ਰੁਪਏ ਤੋਂ ਉੱਪਰ ਦਾ ਮਿਲਦਾ, ਉੱਪਰੋਂ ਪੈਟਰੋਲ ਦਾ ਖਰਚਾ ਹੋਰ। ਮੇਰੀ ਜਾਨ ਨੂੰ ਸਿਆਪਾ ਖੜਾ ਕਰੀ ਰੱਖਦਾ ਇਹ ਮੁੰਡਾ। ਹੋਰ ਵੀ ਲੋਕਾਂ ਦੇ ਮੁੰਡੇ ਪੜ੍ਹਦੇ ਨੇ ਸ਼ਹਿਰ ਵਿੱਚ, ਇਹਦੇ ਲਾਟ ਸਾਹਿਬ ਦੇ ਚੋਜ ਹੀ ਨਰਾਲੇ ਨੇ। ਕਹਿੰਦਾ ਗੋਡਿਆਂ ਤੋਂ ਫਟੀ ਤਰਪਾਲ ਦੀ ਪੈਂਟ 5000 ਰੁਪਏ ਦੀ ਆਈ ਹੈ। ਖੇਤੀ ਦੇ ਕੰਮ ਦਾ ਡੱਕਾ ਨਹੀਂ ਤੋੜਦਾ। ਇਸ ਵਾਰ ਬੇਬੇ ਦੇ ਨਾਲ ਬਬਲੀ ਵੀ ਸਿਫਾਰਿਸ਼ ਦੇ ਮੂਡ ਵਿੱਚ ਸੀ। ਕੀ ਹੋਇਆ ਬਾਪੂ, ਹੁਣ ਮੇਰੀ BA ਵੀ ਪੂਰੀ ਹੋ ਗਈ ਹੈ, ਇਕੱਲਾ ਵੀਰ ਦੀ ਪੜ੍ਹਾਈ ਦਾ ਹੀ ਖਰਚਾ। 3-4 ਸਾਲ ਨੂੰ ਪ੍ਰੀਤ ਦੀ ਪੜ੍ਹਾਈ ਪੂਰੀ ਹੋ ਜਾਵੇਗੀ, ਫਿਰ ਨੌਕਰੀ ਕਰੇਗਾ, ਆਪਣਾ ਸਾਰਾ ਕਰਜ਼ਾ ਉਤਾਰ ਦੇਵੇਗਾ। ਨਾਲੇ ਕਰਜ਼ਾ ਤਾਂ ਜ਼ਿਮੀਂਦਾਰਾਂ ਦੀ ਕੁੰਡਲੀ ਵਿੱਚ ਹੀ ਲਿਖਿਆ ਹੁੰਦਾ। ਪਰ ਹਮੀਰ ਸਿੰਘ ਆਪਣੇ ਹਿਸਾਬ ਨਾਲ ਸੋਚ ਰਿਹਾ ਸੀ ਕਿ ਕਮਾਈ ਵੱਧ ਨਹੀਂ ਰਹੀ, ਕਰਜ਼ਾ ਅਮਰਵੇਲ ਦੀ ਤਰ੍ਹਾਂ ਵੱਧਦਾ ਹੀ ਜਾਂਦਾ ਹੈ। ਸਾਲ 2 ਸਾਲ ਦੀ ਗੱਲ, ਸਾਲ 2 ਸਾਲ ਨੂੰ ਕੋਈ ਚੰਗਾ ਮੁੰਡਾ ਦੇਖ ਕੇ ਬਬਲੀ ਦਾ ਵਿਆਹ ਵੀ ਕਰਨਾ ਹੈ। ਜੇ ਇਹ ਪ੍ਰੀਤ ਬੰਬੂ ਕਾਟ ਬਿਨਾਂ ਸਾਰ ਲਵੇ ਤਾਂ ਥੋੜਾ ਸੁੱਖ ਦਾ ਸਾਹ ਆਵੇ, ਐਵੇਂ ਖਰਚਾ ਵਧੇਗਾ। ਮੋਟਰਸਾਈਕਲ ਨੇ ਕਿਹੜਾ ਦੁੱਧ ਦੇਣਾ? ਇਹਦੇ ਨਾਲੋਂ ਤਾਂ ਚੰਗਾ ਹੈ ਇੱਕ ਚੰਗੀ ਨਸਲ ਦੀ ਮੱਝ ਹੋਰ ਲੈ ਲਈਏ, ਦੇਵੀ ਰਾਮ ਦੀ ਦੁਕਾਨ ਤੇ ਦੁੱਧ ਪਾ ਕੇ ਉਸ ਦਾ ਕਰਜ਼ਾ ਕੁਝ ਹਲਕਾ ਕਰ ਦਈਏ। ਪ੍ਰੀਤ, ਬਬਲੀ ਅਤੇ ਮਾਂ ਇੱਕ ਪਾਸੇ, ਹਮੀਰ ਸਿੰਘ ਦੀ ਕੋਈ ਪੇਸ਼ ਨਾ ਜਾਵੇ। ਪ੍ਰੀਤ ਨੇ ਕਾਲਜ ਜਾਣਾ ਛੱਡ ਦਿੱਤਾ। ਕਾਲਜ ਜਾਵਾਂਗਾ ਤਾਂ ਬੁਲਟ ਤੇ, ਨਹੀਂ ਤਾਂ। ਬਬਲੀ ਆਪਣੀ ਬੀਬੀ ਨੂੰ ਦੱਸ ਰਹੀ ਸੀ ਕਿ ਅਖਬਾਰ ਵਿੱਚ ਖਬਰ ਆਈ ਹੈ, ਨਾਨਕੇ ਪਿੰਡ ਲੰਬੜਾਂ ਦੇ ਤਾਰੇ ਨੇ ਬੁਲਟ ਦੀ ਜਿੱਦ ਕਰਕੇ ਸਪਰੇਅ ਪੀ ਲਈ ਸੀ। 8 ਦਿਨ ਸ਼ਹਿਰ ਹਸਪਤਾਲ ਵਿੱਚ ਰੱਖਿਆ, 60-70 ਹਜ਼ਾਰ ਰੁਪਏ ਲੱਗ ਗਏ, ਨਾਲੇ ਤਾਰੇ ਦੀ ਪੜ੍ਹਾਈ ਖਰਾਬ ਹੋਈ। ਬੀਬੀ, ਆਪਾਂ ਨੂੰ ਬਾਪੂ ਨੂੰ ਸਮਝਾਉਣਾ ਚਾਹੀਦਾ ਹੈ। ਅਗਲੇ ਦਿਨ ਸਰਜੀਤੋ ਨੇ ਮੋਰਚਾ ਸੰਭਾਲ ਲਿਆ। ਆਖੇ ਮੇਰਾ ਵੀ ਕੋਈ ਹੱਕ ਹੈ ਘਰ ਵਿੱਚ। ਮੇਰਾ ਗੁਰੀ ਹੁਣ ਮੋਟਰਸਾਈਕਲ ਤੇ ਹੀ ਕਾਲਜ ਜਾਵੇਗਾ। ਜੇ ਤੁਸੀਂ ਦੇਵੀ ਲਾਲ ਦੀ ਬਹੀ ਤੇ ਗੁੱਠਾ ਨਹੀਂ ਲਗਾਉਣਾ ਤਾਂ ਨਾ ਸਹੀ, ਹੁਣ ਇਹ ਕੰਮ ਵੀ ਮੈਨੂੰ ਹੀ ਕਰਨਾ ਪਵੇਗਾ। ਮੈਂ ਆਪਣੇ ਗੁਰੀ ਦਾ ਮੁਰਝਾਇਆ ਚਿਹਰਾ ਨਹੀਂ ਦੇਖ ਸਕਦੀ। ਹਮੀਰ ਸਿੰਘ ਨੇ ਵੀ ਪੈਂਤਰਾ ਬਦਲ ਲਿਆ। ਆਖੇ ਮੈਂ ਅਜੇ ਜਿਉਂਦਾ ਬੈਠਾ, ਮਰ ਤਾਂ ਨਹੀਂ ਗਿਆ। ਆਈ ਆ ਵੱਡੀ ਬਈਆਂ ਤੇ ਗੁੱਠੇ ਲਾਉਣ ਵਾਲੀ। ਸੋਗ ਬੰਦ ਕਰਨ ਲਈ ਕਹੋ ਇਸ ਕੰਜਰ ਦੇ ਪੁੱਤ ਨੂੰ। ਮੈਂ ਜਾਨਾ ਸੇਠ ਦੇ ਦਰਵਾਜ਼ੇ, ਆਪਣਾ ਗੁੱਠਾ ਵੱਢ ਕੇ ਦੇ ਆਉਣਾ। ਰਾਤ ਹਨੇਰੀ ਹੋ ਚੁੱਕੀ ਸੀ। ਦੇਵੀ ਰਾਮ ਦੁਕਾਨ ਵਧਾ ਕੇ ਨਹਾ ਧੋ ਕੇ ਘਰ ਦੇ ਕੋਨੇ ਕੋਲ ਅਲਮਾਰੀ ਵਿੱਚ ਰੱਖੀ ਲక్ష్ਮੀ ਮਾਤਾ ਦੀ ਮੂਰਤੀ ਅੱਗੇ ਆਰਤੀ ਕਰ ਰਿਹਾ ਸੀ। ਹਮੀਰ ਸਿੰਘ ਬਰਾਂਡੇ ਵਿੱਚ ਰੱਖੇ ਮੂਹਰੇ ਤੇ ਬੈਠ ਗਿਆ। ਦੇਵੀ ਰਾਮ ਦੇ ਘਰ ਵਾਲੀ ਨਿਰਮਲਾ ਨੇ ਪਾਣੀ ਦਾ ਗਲਾਸ ਫੜਾਉਂਦੇ ਹਮੀਰੇ ਨੂੰ ਪਰਿਵਾਰ ਦੀ ਰਾਜੀ ਖੁਸ਼ੀ ਬਾਰੇ ਪੁੱਛਿਆ। ਹਮੀਰਾ ਫਿੱਸ ਪਿਆ। ਭਰਜਾਈ, ਤੁਹਾਡਾ ਮੇਸੀ ਵੀ 10ਵੀਂ ਪਾਸ ਕਰਕੇ ਆਪਣੇ ਬਾਬੂ ਜੀ ਨਾਲ ਦੁਕਾਨ ਤੇ ਬਹਿੰਦਾ, ਕਾਰੋਬਾਰ ਵਿੱਚ ਹੱਥ ਵਟਾਉਂਦਾ, ਪਰ ਸਾਡੇ ਸਪੂਤ ਪ੍ਰੀਤ ਹੋਰਾਂ ਦੇ ਸ਼ੌਕ ਹੀ ਨਿਰਾਲੇ ਨੇ। ਕਹਿੰਦਾ ਖੇਤੀ ਦਾ ਕੰਮ ਆਪਾਂ ਕਰ ਨਹੀਂ ਸਕਦੇ, ਕਾਲਜ ਵੀ ਮਹਾਰਾਜਾ ਜੀਂਦ ਦੀ ਬੱਗੀ ਵਿੱਚ ਜਾਵਾਂਗੇ। ਸਿਠਾਣੀ ਨੇ ਕਿਹਾ, ਹਮੀਰਾ ਮੈਨੂੰ ਗੱਲ ਕੁਝ ਸਮਝ ਨਹੀਂ ਲੱਗੀ। ਸਿੱਧੀ ਗੱਲ ਇਹ ਹੈ ਕਿ ਆਪਣੇ ਪ੍ਰੀਤ ਜੀ ਹੋਰੀ ਹੁਣ ਬੱਸ ਤੇ ਨਹੀਂ ਬੰਬੂ ਕਾਟ ਤੇ ਕਾਲਜ ਜਾਣਗੇ। ਨਿਰਮਲਾ ਹਮੀਰੇ ਨੂੰ ਛੇੜਦੇ ਹੋਏ ਬੋਲੀ, ਵੇ ਹਮੀਰਿਆ,
ਤੂੰ ਕੀ 4-5 ਪੁੱਤ ਜੰਮੇ ਨੇ? ਇੱਕ ਪੁੱਤ ਉਸਦੇ ਵੀ ਸ਼ੌਕ ਨਹੀਂ ਪੂਰੇ ਕਰ ਸਕਦਾ? ਐਵੇਂ ਸਾਰਾ ਦਿਨ ਮੁੱਛਾਂ ਨੂੰ ਤਾ ਦਿੰਦਾ ਫਿਰਦਾ ਰਹਿਣਾ। ਦਿਓਰ ਭਰਜਾਈ ਦੀ ਚਲਦੀ ਨੋਕ ਝੋਕ ਸੁਣ ਕੇ ਸੇਠ ਦੇਵੀ ਰਾਮ ਜੀ ਵੀ ਆ ਗਏ। ਹਮੀਰ ਸਿਆਂ, ਸੁਣਾ ਕੀ ਹਾਲ ਹੈ? ਫਸਲਵਾੜੀ ਚੰਗੀ ਹੈ ਇਸ ਵਾਰ? ਰਾਮ ਰਾਮ ਸੇਠ ਜੀ, ਫਸਲਵਾੜੀ ਤਾਂ ਚੰਗੀ ਹੈ, ਪਰ ਪਰਿਵਾਰ ਦੀ ਜਿੱਦ ਅੱਗੇ ਤੇਰੇ ਵੀਰ ਦੀ ਅੱਜ ਕੱਲ੍ਹ ਇੱਕ ਨਹੀਂ ਚੱਲਦੀ। ਤੇਰਾ ਭਤੀਜਾ ਬੰਬੂ ਕਾਟ ਦੀ ਜਿੱਦ ਫੜੀ ਬੈਠਾ। ਹੁਣ ਮੈਨੂੰ ਤਾਂ ਬਹੀ ਤੇ ਅੰਗੂਠਾ ਲਾਉਣ ਤੋਂ ਬਿਨਾਂ ਹੋਰ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਦੇਵੀ ਰਾਮ ਨੇ ਆਪਣੇ ਗੰਜੇ ਸਿਰ ਤੇ ਕੰਨਾਂ ਕੋਲ ਬਚੇ ਥੋੜ੍ਹੇ ਜਿਹੇ ਵਾਲਾਂ ਨੂੰ ਪੁੱਟਣ ਦੀ ਕੋਸ਼ਿਸ਼ ਕਰਦੇ ਹੋਏ ਪੁੱਛਿਆ, ਹਮੀਰ ਸਿਆਂ, ਕਿੰਨੀ ਰਕਮ ਦਾ ਆਉਂਦਾ ਬੰਬੂ ਕਾਟ? ਹਮੀਰਾ ਉਂਗਲਾਂ ਤੇ ਹਿਸਾਬ ਜੋੜਦਾ ਬੋਲਿਆ, 1.25 ਲੱਖ ਦਾ ਖਰਚਾ ਹੈ ਸੇਠ ਜੀ। ਅੱਖਾਂ ਬੰਦ ਕਰਕੇ ਆਪਣੇ ਖੱਬੇ ਕੰਨ ਨੂੰ ਮਰੋੜਦਿਆਂ ਦੇਵੀ ਲਾਲ ਨੇ ਕਿਹਾ, ਦੇਖ ਸਰਦਾਰ ਹਮੀਰ ਸਿੰਘ, ਆਪਣੀ ਵੱਡੇ ਬਜ਼ੁਰਗਾਂ ਤੋਂ ਲੈਣ ਦੇਣ ਤੇ ਆੜਤ ਚੱਲੀ ਆ ਰਹੀ ਹੈ। ਅਜੇ ਤੱਕ ਆਪਣੇ ਹਿਸਾਬ ਵਿੱਚ ਕੋਈ ਮਾਸਾ ਫਰਕ ਨਹੀਂ ਆਇਆ। ਪਹਿਲਾਂ ਵੀ ਤੇਰੇ ਵੱਲ ਭਾਰੀ ਰਕਮ ਖੜੀ ਹੈ। ਇੰਨਾ ਨਗਦ ਰੋਕਣਾ ਤਾਂ ਮੁਸ਼ਕਲ ਹੈ। ਫਿਰ ਵੀ ਜੇ ਤੈਨੂੰ ਨਹੀਂ ਸਰਦਾ ਤਾਂ ਇੱਕ ਗੱਲ ਹੈ। ਹਮੀਰਾ, ਸੇਠ ਜੀ, ਇਸ ਵਕਤ ਮੈਂ ਆਪਣੀ ਸਮੱਸਿਆ ਦੇ ਹੱਲ ਲਈ ਹੀ ਆਇਆ ਤੁਹਾਡੇ ਦਰ ਤੇ। ਦੇਵੀ ਰਾਮ, ਚੰਗਾ ਫਿਰ ਸੁਣ। 3 ਮੱਝਾਂ ਵਿੱਚੋਂ 5 ਕਲਿਆਣੀ ਦੂਜੇ ਸੂਏ ਵਾਲੀ ਮੱਝ 50,000 ਦੀ ਅਤੇ 70,000 ਦਸਤੀ ਬਹੀ ਤੇ ਪਾਉਣੀ ਪਵੇਗੀ। ਪੂਰਾ 1,20,000 ਮਨਜ਼ੂਰ ਹੈ ਤਾਂ ਗੱਲ ਨਿਬੜਦੀ ਕਰ, ਨਹੀਂ ਤਾਂ ਜੈ ਰਾਮ ਜੀ ਕੀ। ਦੇਵੀ ਰਾਮ ਦੀ ਗੱਲ ਸੁਣ ਕੇ ਹਮੀਰ ਸਿੰਘ ਨੂੰ ਤਰੇੜੀ ਆ ਗਈ। ਮੁੱਕੇ ਨਾਲ ਪਸੀਨਾ ਪੂੰਝਦੇ ਹੋਏ ਬੋਲਿਆ, ਦੇਵੀ ਰਾਮ ਜੀ, ਹੋਰ ਕੋਈ ਵਾਹ ਵੀ ਤਾਂ ਨਹੀਂ ਫੜਦਾ ਮੇਰੇ ਵਰਗੇ ਦੀ। ਤੁਸੀਂ ਜੋ ਕਿਹਾ ਠੀਕ ਹੈ, ਪਰ 5 ਕਲਿਆਣੀ ਦਾ ਮੁੱਲ 60,000 ਕਰ ਦਿਓ। ਬਾਕੀ 60,000 ਦੀ ਕਲਮ ਲਿਖ ਲਓ। ਨਿਰਮਲਾ ਨੇ ਵੀ ਹਮੀਰੇ ਦੀ ਸਿਫਾਰਿਸ਼ ਕਰ ਦਿੱਤੀ, ਮੇਸੀ ਦੇ ਡੈਡੀ, ਪ੍ਰੀਤ ਵੀ ਆਪਣੇ ਪੁੱਤਾਂ ਵਰਗਾ ਹੀ ਹੈ, ਕਰ ਲੈਣ ਦਿਓ ਸ਼ੌਕ ਪੂਰੇ। ਅੰਦਰਲੀ ਸਵਾਤ ਵਿੱਚ ਬਿਠਾ ਕੇ ਹਮੀਰੇ ਦੇ ਅੰਗੂਠੇ ਤੇ ਸ਼ਾਹੀ ਲਗਾਈ ਗਈ। ਬਹੀ ਬੰਦ ਕੀਤੀ। ਹਮੀਰੇ ਦੇ ਪਰਨੇ ਦੀ ਇੱਕ ਲੜ ਵਿੱਚ ਨੋਟਾਂ ਦੀਆਂ ਗੁੱਟੀਆਂ ਕੱਸ ਕੇ ਬੰਨ੍ਹ ਦਿੱਤੀਆਂ। ਪਰਨੇ ਦੀ ਪੋਟਲੀ ਹਮੀਰੇ ਨੂੰ 5 ਕਲਿਆਣੀ ਦੇ ਦੁੱਧ ਤੋਂ ਬਣੇ ਦੇਸੀ ਘਿਓ ਦੇ ਪੀਪੇ ਤੋਂ ਜ਼ਿਆਦਾ ਭਾਰੀ ਲੱਗ ਰਹੀ ਸੀ। ਜਲਦੀ ਵਿੱਚ ਹਮੀਰਾ ਸੇਠ ਦੇ ਬਰਾਂਡੇ ਵਿੱਚ ਉਤਾਰੇ ਆਪਣੇ ਫਿੱਡੇ ਜੋੜੇ ਵੀ ਪਾਉਣੇ ਭੁੱਲ ਗਿਆ। ਹੁਣ ਤਾਂ ਹਮੀਰਾ ਆਪਣੇ ਆਪ ਨੂੰ ਜੰਗ ਜਿੱਤ ਕੇ ਆਏ ਫੌਜੀ ਦੀ ਤਰ੍ਹਾਂ ਘਰ ਦਾ ਨਾਇਕ ਸਮਝ ਰਿਹਾ ਸੀ। ਪ੍ਰੀਤ ਅਗਲੇ ਹੀ ਦਿਨ ਆਪਣੇ ਦੋਸਤ ਨਾਲ ਜਾ ਕੇ ਸ਼ਹਿਰੋਂ ਬੰਬੂ ਕਾਟ ਲੈ ਆਇਆ। ਬੇਬੇ ਨੇ ਬੰਬੂ ਕਾਟ ਦੇ ਸਾਹਮਣੇ ਗੋਲ ਸ਼ੀਸ਼ੇ ਤੇ ਕਾਲਾ ਟਿੱਕਾ ਲਾਇਆ। ਬਬਲੀ ਨੇ ਵੀ ਕਿੱਕ ਮਾਰ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕੀਤੀ। ਅਗਲੇ ਦਿਨ ਪ੍ਰੀਤ 8 ਵਜੇ ਕਾਲਜ ਚਲਾ ਗਿਆ। ਜਿਉਂ ਹੀ ਪ੍ਰੀਤ ਦਾ ਮੋਟਰਸਾਈਕਲ ਗਲੀਓਂ ਉੱਜਲ ਹੋਇਆ, ਦੇਵੀ ਰਾਮ ਦਾ ਲੜਕਾ ਮੇਸ਼ੀ ਟੈਂਪੂ ਲੈ ਕੇ ਮੱਝਾਂ ਦੀ ਖੁਰਲੀ ਕੋਲ ਬੈਕ ਕਰਨ ਲੱਗਿਆ। ਸਰਜੀਤੋ ਨੇ ਪੁੱਛਿਆ, ਕਿਉਂ ਮੇਸ਼ੀ ਪੁੱਤਰ, ਗਊਸ਼ਾਲਾ ਲਈ ਤੂੜੀ ਲੈਣ ਆਏ ਹੋ? ਨਹੀਂ ਚਾਚੀ। ਇਹ ਦੱਸ ਚਾਚਾ ਕਿੱਥੇ ਹੈ? ਨੀਰੇ ਵਾਲੇ ਕੋਠੇ ਅੰਦਰੋਂ ਹਮੀਰ ਸਿੰਘ ਬੋਲਿਆ, ਮੇਸ਼ੀ, ਪੱਕੀ ਖੁਰਲੀ ਕੋਲ ਰੂੜੀ ਕੋਲ ਡਾਲਾ ਖੋਲ ਲੈ, 5 ਕਲਿਆਣੀ ਆਸਾਨੀ ਨਾਲ ਚੜ੍ਹ ਜਾਵੇਗੀ। ਡਰਾਈਵਰ ਮੇਸ਼ੀ ਅਤੇ ਹਮੀਰ ਸਿੰਘ ਨੇ ਧੱਕ ਕੇ ਮੱਝ ਅਤੇ ਕੱਟੀ ਨੂੰ ਕੈਂਟਰ ਵਿੱਚ ਚੜ੍ਹਾ ਦਿੱਤਾ। ਜਦੋਂ ਕੈਂਟਰ ਚਲਾ ਗਿਆ, ਮਾਮਲਾ ਸਰਜੀਤੋ ਨੂੰ ਫਿਰ ਸਮਝ ਆਇਆ। ਸਰਜੀਤੋ ਹਮੀਰੇ ਨਾਲ ਔਖੀ ਹੋਣ ਲੱਗੀ। ਇਹ ਤੂੰ ਕੀ ਕੀਤਾ? ਰੋਂਦੀ ਦੀ ਚੁੰਨੀ ਭਿੱਜ ਗਈ। ਪਰ ਹਮੀਰੇ ਨੇ ਵੀ ਹੁਕਮ ਸੁਣਾ ਦਿੱਤਾ, ਕੋਈ ਗੱਲ ਨਹੀਂ। ਆਪਣੇ ਲਾਡਲੇ ਦੇ ਨਵਾਬੀ ਸ਼ੌਕ ਪੂਰੇ ਕਰਨ ਲਈ ਡੰਗਰ ਪਸ਼ੂਆਂ ਨੂੰ ਛੱਡ। ਕਦੀ ਉਹ ਦਿਨ ਨਾ ਆ ਜਾਣ ਜਦ ਘਰ ਬਾਹਰ ਜਾਂ ਫਿਰ ਜ਼ਮੀਨ ਸਾਰੀ ਸੇਠ ਕੋਲ। ਅੱਖਾਂ ਪੂੰਝਦਾ ਹਮੀਰਾ ਖੇਤਾਂ ਵੱਲ ਚਲਾ ਗਿਆ। ਸਰਜੀਤੋ ਦੀ ਸਮਝ ਤੋਂ ਬਾਹਰ ਸੀ ਕਿ ਗੁੱਸਾ ਕਰਾਂ ਤਾਂ ਕਿਹਦੇ ਨਾਲ ਕਰਾਂ। ਬਬਲੀ 5 ਕਲਿਆਣੀ ਮੱਝ ਦੀ ਛੋਟੀ ਕੱਟੀ ਨੂੰ ਸੋਨਾ ਕਹਿੰਦੀ ਸੀ। ਸੋਨਾ ਦੇ ਘਰੋਂ ਜਾਣ ਤੋਂ ਬਾਅਦ ਬਬਲੀ ਨੇ ਕਈ ਦਿਨ ਰੋਟੀ ਨਾ ਖਾਧੀ।
ਉਸ ਨੂੰ ਲੱਗਿਆ ਜਿਵੇਂ ਹੁਣ ਉਸ ਦੀ ਆਪਣੀ ਛੋਟੀ ਭੈਣ ਸੋਨਾ ਉਸ ਨੂੰ ਕਦੀ ਨਹੀਂ ਮਿਲੇਗੀ। ਬੰਬੂ ਕਾਟ ਕਾਹਦਾ ਹੱਥ ਲੱਗਿਆ। ਪ੍ਰੀਤ ਨੇ ਹੁਣ ਕਦੀ ਕਦੀ ਬਾਹਰ ਹੋਸਟਲ ਵਾਲੇ ਦੋਸਤਾਂ ਨਾਲ ਰਾਤ ਕੱਟਣੀ ਸ਼ੁਰੂ ਕਰ ਦਿੱਤੀ। ਕਦੀ ਕਦੀ ਤਾਂ ਹਫ਼ਤੇ ਬਾਅਦ ਬਸ ਖਰਚਾ ਹੀ ਲੈਣ ਆਉਂਦਾ। ਕੱਲ ਰਾਤੀ ਲੇਟ ਆਇਆ। ਅਗਲੇ ਦਿਨ ਐਤਵਾਰ ਸੀ। 8 ਵਜੇ ਤੱਕ ਨਾ ਉੱਠਿਆ। ਜਦੋਂ ਬੀਬੀ ਉਠਾਉਣ ਲੱਗੀ ਤਾਂ ਪੁੱਛਿਆ, ਗੁਰੀ ਤੇਰੇ ਗਲ ਵਿੱਚ ਚੈਨੀ ਨਹੀਂ, ਕਿੱਥੇ ਆ? ਗੁਰੀ ਨੂੰ ਝਟਕਾ ਲੱਗਿਆ। ਸੰਭਲਦਿਆਂ ਕਹਿੰਦਾ, ਬੇਬੇ ਹੋਸਟਲ ਵਾਲੇ ਰੌਕੀ ਕੋਲ ਭੁੱਲ ਆਇਆ। 9 ਵਜੇ ਗੁਰੀ ਫੋਨ ਕਰਕੇ ਕਿਸੇ ਦੋਸਤ ਨੂੰ ਨਹਿਰ ਵਾਲੇ ਪੁਲ ਤੇ ਮਿਲਣ ਚਲਾ ਗਿਆ। ਜਦੋਂ ਬਬਲੀ ਪ੍ਰੀਤ ਦਾ ਬਿਸਤਰਾ ਤਹਿ ਲਗਾਉਣ ਲੱਗੀ ਤਾਂ ਸਿਰਹਾਣੇ ਹੇਠੋਂ ਸਿਗਰਟ ਲਾਈਟਰ, ਸਿਲਵਰ ਪੇਪਰ ਅਤੇ ਚਿੱਟੇ ਪਾਊਡਰ ਵਾਲੀ ਖਾਲੀ ਪੁੜੀ ਦੇਖ ਕੇ ਚੱਕਰ ਖਾ ਕੇ ਡਿੱਗ ਪਈ। ਖੜਾਕ ਸੁਣ ਕੇ ਬੇਬੀ ਵੀ ਆ ਗਈ। ਬਬਲੀ ਤੋਂ ਰੋਇਆ ਵੀ ਨਾ ਜਾਵੇ। ਬੀਬੀ ਆਪਾਂ ਤਾਂ ਪੱਟੇ ਗਏ ਅਮੜੀਏ। ਪ੍ਰੀਤ ਵੀਰ ਹੁਣ ਚਿੱਟੇ ਦੀ ਪੜ੍ਹਾਈ ਕਰਦਾ ਅਮੜੀਏ। ਪਿਛਲੇ 3 ਮਹੀਨਿਆਂ ਤੋਂ ਪ੍ਰੀਤ ਬਾਹਰਲੇ ਘਰ ਵਾਲੀ ਬੈਠਕ ਵਿੱਚ ਕਿਉਂ ਸੌਂਦਾ ਸੀ, ਬੇਬੇ ਨੂੰ ਸਮਝਣ ਵਿੱਚ ਦੇਰ ਨਾ ਲੱਗੀ। ਪਹਿਲਾਂ ਸੋਨੇ ਦਾ ਕੜਾ, ਫਿਰ ਸ਼ਾਮ, ਹੁਣ ਚੈਨੀ। ਸਾਰੇ ਰੌਕੀ ਕੋਲ ਹੀ ਕਿਉਂ ਭੁੱਲ ਆਉਂਦਾ। ਬੇਬੇ ਦੀਆਂ ਅੱਖਾਂ ਅੱਗੇ ਬੱਦਲ ਘੁੰਮਣ ਲੱਗੇ। ਜਦੋਂ ਬਬਲੀ ਨੇ ਪ੍ਰੀਤ ਦਾ ਪਿੱਠੂ ਬੈਗ ਖੋਲ੍ਹ ਕੇ ਦੇਖਿਆ ਤਾਂ ਉਸ ਵਿੱਚੋਂ ਕਈ ਸਿਗਰਟ ਲਾਈਟਰ, ਸਿਲਵਰ ਪੇਪਰ, ਚਿੱਟੇ ਪਾਊਡਰ ਦੀਆਂ ਪੁੜੀਆਂ ਅਤੇ ਗੋਲੀਆਂ ਦੇ ਕਈ ਪੱਤੇ ਮਿਲੇ। ਇੰਨੇ ਨੂੰ ਹਮੀਰ ਸਿੰਘ ਵੀ ਖੇਤੋਂ ਵਾਪਸ ਆ ਗਿਆ ਸੀ। ਬਬਲੀ ਅਤੇ ਸੁਰਜੀਤੋ ਨੂੰ ਰੋਂਦੇ ਦੇਖ ਕੇ ਹਮੀਰ ਸਿੰਘ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਜਦੋਂ ਮਾਮਲਾ ਸਮਝ ਆਇਆ ਤਾਂ ਕੋਸੇ ਪਾਣੀ ਦੀ ਲੜੀ ਹਮੀਰ ਸਿੰਘ ਦੀ ਦਾੜੀ ਉੱਪਰੋਂ ਹੇਠਾਂ ਵੱਲ ਨੂੰ ਵਗ ਗਈ। ਹਮੀਰ ਸਿੰਘ ਸੁਰਜੀਤੋ ਨੂੰ ਕਹਿ ਰਿਹਾ ਸੀ, ਆਪਾਂ ਨੂੰ ਇਹ ਦਿਨ ਦੇਖਣੇ ਹੀ ਬਾਕੀ ਸੀ ਕਿ ਹੁਣ ਵੀ ਕੋਈ ਹੱਲ ਹੋ ਸਕਦਾ। ਜਦੋਂ ਆਥਣੇ ਪ੍ਰੀਤ ਵਾਪਸ ਆਇਆ ਤਾਂ ਉਸ ਦੀ ਭੂਆ, ਫੁੱਫੜ ਅਤੇ ਤਾਇਆ ਸਾਰੇ ਪਿਛਲੀ ਸਵਾਤ ਵਿੱਚ ਬੈਠੇ ਇਹੀ ਵਿਚਾਰ ਕਰ ਰਹੇ ਸੀ ਕਿ ਅਜੇ ਵੀ ਵਕਤ ਹੈ ਜੇ ਪ੍ਰੀਤ ਸੁਧਰ ਜਾਵੇ। ਬਾਹਰਲੇ ਘਰੋਂ ਤਾਇਆ ਕਰਮਾ ਪ੍ਰੀਤ ਨੂੰ ਬੁਲਾ ਕੇ ਲਿਆਇਆ ਕਿ ਆ ਚੱਲ ਤੇਰੀ ਭੂਆ ਹੋਰੀ ਆਏ ਨੇ। ਪ੍ਰੀਤ ਉੱਠ ਕੇ ਤਾਏ ਕਰਮੇ ਨਾਲ ਅੰਦਰਲੀ ਸਵਾਤ ਵਿੱਚ ਆ ਗਿਆ। ਭੂਆ ਫੁੱਫੜ ਨੂੰ ਮਿਲਣ ਤੋਂ ਬਾਅਦ ਬਬਲੀ ਨੇ ਗੱਲ ਸ਼ੁਰੂ ਕੀਤੀ, ਵੀਰੇ ਪ੍ਰੀਤ, ਜੇਕਰ ਤੂੰ ਪੜ੍ਹਾਈ ਛੱਡ ਕੇ ਬਾਪੂ ਨਾਲ ਕੰਮ ਕਰਿਆ ਕਰੇ, 12ਵੀਂ ਵੀ ਖੇਤੀ ਕਰਨ ਲਈ ਕਾਫੀ ਹੈ। ਇੰਜੀਨੀਅਰਿੰਗ ਹੁਣ ਤੈਨੂੰ ਰੌਕੀ ਹੋਰਾਂ ਨੇ ਕਰਨ ਨਹੀਂ ਦੇਣੀ। ਗੱਲਾਂ ਵੀ ਤੇਰੀਆਂ ਪਿਚਕ ਗਈਆਂ ਨੇ, ਪੈਂਟਾਂ ਵੀ ਢਿੱਲੀਆਂ। ਬਾਕੀ ਜ਼ਿਆਦਾ ਕਹਿਣ ਦੀ ਜ਼ਰੂਰਤ ਨਹੀਂ। ਤੇਰੇ ਪਿੱਠੂ ਬੈਗ ਨੇ ਸਾਨੂੰ ਸਭ ਕੁਝ ਦੱਸ ਦਿੱਤਾ ਹੈ ਤੇਰੀ ਪੜ੍ਹਾਈ ਬਾਰੇ। ਭੂਆ ਫੁੱਫੜ ਨੇ ਵੀ ਸਮਝਾਇਆ ਕਿ ਪ੍ਰੀਤ ਅਜੇ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਗੜਿਆ। ਗੱਡੀ ਲੈਣ ਤੇ ਆ ਸਕਦੀ ਹੈ, ਪਰ ਸਿਆਣਪ ਸਿਰਫ ਤੈਨੂੰ ਵਰਤਣੀ ਚਾਹੀਦੀ ਹੈ। ਹੁਣ ਤੂੰ ਕੋਈ ਦੁੱਧ ਪੀਂਦਾ ਬੱਚਾ ਤਾਂ ਹੈ ਨਹੀਂ। ਘਰ ਭੈਣ ਵਿਆਹੁਣ ਵਾਲੀ ਬੈਠੀ ਹੈ। ਜੇ ਤੇਰਾ ਇਹੀ ਹਾਲ ਰਿਹਾ ਤਾਂ ਅਸੀਂ ਤਾਂ ਜਿੰਦੀਆਂ ਲਾਸ਼ਾਂ ਬਣ ਜਾਵਾਂਗੇ। ਛੱਡ ਦੇ ਇੰਜੀਨੀਅਰਿੰਗ। ਜਿਨ੍ਹਾਂ ਦੇ ਇੰਜੀਨੀਅਰ ਨਹੀਂ ਬਣਦੇ ਉਹ ਵੀ ਕੋਈ ਭੁੱਖੇ ਨਹੀਂ ਮਰਦੇ। ਰੋਟੀ ਤਾਂ ਸਭ ਕਮਾ ਹੀ ਲੈਂਦੇ ਨੇ, ਪਰ ਤੇਰੇ ਹੁਣ ਇਹ ਲੱਛਣ ਠੀਕ ਨਹੀਂ। ਅੱਧਾ ਘੰਟਾ ਤਾਂ ਪ੍ਰੀਤ ਸੁੰਨ ਬੱਟਾ ਬਣਿਆ ਸਭ ਦੀ ਸੁਣਦਾ ਰਿਹਾ। ਜਦੋਂ ਕਰਨੈਲ ਫੁੱਫੜ ਨੇ ਕੱਲ੍ਹ ਨੂੰ ਸ਼ਹਿਰ ਜਾ ਕੇ ਨਸ਼ਾ ਛੁਡਾਊ ਕੇਂਦਰ ਦੇ ਡਾਕਟਰ ਕੋਲ ਜਾਣ ਦੀ ਗੱਲ ਪੱਕੀ ਕੀਤੀ ਤਾਂ ਪ੍ਰੀਤ ਮੰਨ ਗਿਆ ਕਿ ਦਵਾਈ ਲੈਣ ਤਾਂ ਜਾਵਾਂਗਾ, ਪਰ ਪੜ੍ਹਾਈ ਨਹੀਂ ਛੱਡਾਂਗਾ। ਸਾਰਿਆਂ ਨੂੰ ਆਸ ਬੱਝੀ ਕਿ ਹੁਣ ਮਾਮਲਾ ਸੁਲਝ ਜਾਵੇਗਾ। ਅਗਲੇ ਦਿਨ ਕਰਨੈਲ ਫੁੱਫੜ ਅਤੇ ਪ੍ਰੀਤ ਸ਼ਹਿਰ ਚਲੇ ਗਏ। ਦਵਾਈ ਵੀ ਲੈ ਆਏ। ਬੀਬੀ ਅਤੇ ਬਬਲੀ ਨੇ ਬਿਨਾਂ ਨਾਂਗਾ ਦਵਾਈ ਦੇਣੀ ਸ਼ੁਰੂ ਕਰ ਦਿੱਤੀ। ਮਹੀਨਾ ਸ਼ਾਂਤੀ ਨਾਲ ਨਿਕਲ ਗਿਆ। ਅਗਲੇ ਮਹੀਨੇ ਪ੍ਰੀਤ ਦੀ 2 ਮਹੀਨਿਆਂ ਦੀ ਇੰਡਸਟਰੀਅਲ ਟ੍ਰੇਨਿੰਗ ਸ਼ੁਰੂ ਹੋਣੀ ਸੀ। ਪ੍ਰੀਤ ਨੂੰ 2 ਮਹੀਨਿਆਂ ਦੀ ਦਵਾਈ ਦੇ ਦਿੱਤੀ ਟ੍ਰੇਨਿੰਗ ਤੇ ਜਾਣ ਲਈ। ਟ੍ਰੇਨਿੰਗ ਮੋਹਾਲੀ ਦੀ ਕਿਸੇ ਆਟੋ ਇੰਡਸਟਰੀ ਵਿੱਚ ਸੀ। ਪ੍ਰੀਤ ਆਪਣੇ ਦੋਸਤਾਂ ਨਾਲ ਪੀਜੀ ਵਿੱਚ ਰਹਿੰਦਾ ਸੀ। ਘਰੋਂ 20,000 ਲੈ ਕੇ ਗਿਆ ਸੀ।
1 ਮਹੀਨੇ ਵਿੱਚ ਹੀ ਖਤਮ। ਕਹਾਣੀ ਗੜਬੜ ਸੀ। ਜੇ ਹੋਰ ਪੈਸੇ ਲੈਣ ਘਰ ਆਉਂਦਾ ਤਾਂ ਘਰ ਵਾਲਿਆਂ ਨੇ ਪੁੱਛ-ਗਿੱਛ ਕਰਨੀ ਸੀ। ਐਤਵਾਰ ਵਾਲੀ 2 ਪਹੀਆਂ ਵਾਲੀ ਮਾਰਕੀਟ ਵਿੱਚ ਆਪਣਾ ਬੁਲਟ ਖੜਾ ਕਰ ਦਿੱਤਾ। 2 ਸਾਲ ਪਹਿਲਾਂ ਖਰੀਦੇ 1.25 ਲੱਖ ਦੇ ਬੰਬੂ ਕਾਟ ਦਾ 80,000 ਰੁਪਇਆ ਮਿਲ ਗਿਆ। 40,000 ਦੀ ਪੁਰਾਣੀ ਆਲਟੋ ਲੈ ਲਈ, ਬਾਕੀ ਖਰਚੇ ਪਾਣੀ ਲਈ। 2 ਮਹੀਨਿਆਂ ਦੀ ਟ੍ਰੇਨਿੰਗ ਖਤਮ ਹੁੰਦੇ ਬੰਬੂ ਕਾਟ ਧੂਏ ਵਿੱਚ ਉੱਡ ਚੁੱਕਿਆ ਸੀ। ਟ੍ਰੇਨਿੰਗ ਪੂਰੀ ਕਰਕੇ ਪ੍ਰੀਤ ਘਰ ਆਇਆ ਤਾਂ ਉਸਦੇ ਲੱਛਣ ਕੁਝ ਬਦਲੇ ਹੋਏ ਸੀ। ਜਦੋਂ ਬੇਬੇ ਨੇ ਬੰਬੂ ਕਾਟ ਬਾਰੇ ਪੁੱਛਿਆ ਤਾਂ ਕਹਿੰਦਾ, ਬੀਬੀ ਮੈਂ ਬੁਲਟ ਆਪਣੇ ਦੋਸਤ ਨਾਲ ਕਾਰ ਬਦਲੇ ਬਟਾ ਲਿਆ। ਬੇਬੇ ਨੂੰ ਕੀ ਪਤਾ ਸੀ ਕਿ ਆਲਟੋ ਮਹਿੰਗੀ ਹੈ ਜਾਂ ਬੰਬੂ ਕਾਟ। ਕਹਿੰਦੀ, ਪੁੱਤ ਜਿਵੇਂ ਤੇਰੀ ਮਰਜ਼ੀ, ਪਰ ਪੜ੍ਹਾਈ ਧਿਆਨ ਨਾਲ ਕਰਿਆ ਕਰ। ਬਾਪੂ ਨੇ ਵੀ ਨਵਾਂ ਬਖੇੜਾ ਪਾਉਣਾ ਠੀਕ ਨਾ ਸਮਝਿਆ, ਪਰ ਬਬਲੀ ਨੂੰ ਕੁਝ ਦਾਲ ਵਿੱਚ ਕਾਲਾ ਜ਼ਰੂਰ ਲੱਗ ਰਿਹਾ ਸੀ। ਲੋੜਾ ਤਾਂ ਉਸ ਦਿਨ ਹੋਇਆ ਜਦੋਂ ਬੀਬੀ ਦੀਆਂ ਵਿਆਹ ਸ਼ਾਦੀ ਵਿੱਚ ਪਾਉਣ ਵਾਲੀਆਂ ਸੋਨੇ ਦੀਆਂ 2 ਚੂੜੀਆਂ ਗਾਇਬ ਹੋ ਗਈਆਂ। ਕਿਸੇ ਨੇ ਵੀ ਗੱਲ ਵਧਾਉਣੀ ਠੀਕ ਨਾ ਸਮਝੀ। ਗੱਭਰੂ ਪੁੱਤ ਹੈ, ਕੁਝ ਕਰ ਨਾ ਬੈਠੇ। ਬਬਲੀ ਦੇ ਟੋਕਣ ਤੇ ਨਸ਼ੇ ਦੇ ਲੋਰ ਵਿੱਚ ਕਦੀ-ਕਦੀ ਦਵਾਈ ਵੀ ਖਾ ਲੈਂਦਾ, ਪਰ ਦਵਾਈ ਨਾਲੋਂ ਜ਼ਿਆਦਾ ਤਾਂ ਮਰੀਜ਼ ਦਾ ਆਪਣਾ ਆਤਮ ਵਿਸ਼ਵਾਸ ਕਾਇਮ ਰੱਖਣਾ ਬਣਦਾ ਹੈ। ਇਸੇ ਤਰ੍ਹਾਂ ਸ਼ਾਇਦ 1 ਮਹੀਨਾ ਬੇਬੇ ਦੀਆਂ ਚੂੜੀਆਂ ਨਾਲ ਹੋਰ ਨਿਕਲ ਗਿਆ। ਹੁਣ ਘਰ ਦਾ ਸਾਰਾ ਗਹਿਣਾ ਗੱਟਾ, ਪੈਸਾ ਧੇਲਾ ਸਭ ਬਬਲੀ ਨੇ ਬੈਂਕ ਦੇ ਲੋਕਰ ਵਿੱਚ ਜਮ੍ਹਾਂ ਕਰਵਾ ਦਿੱਤਾ। ਕਾਲਜ ਤੋਂ ਆ ਕੇ ਪ੍ਰੀਤ ਕਈ ਵਾਰ ਬਿਨਾਂ ਗੱਲ ਤੋਂ ਬੀਬੀ ਨਾਲ ਅਤੇ ਕਦੇ ਬਾਪੂ ਨਾਲ ਉਲਝ ਪੈਂਦਾ। ਫਿਰ ਮੈਡੀਕਲ ਵਾਲੀ ਦੁਕਾਨ 'ਤੇ ਜਾਂਦਾ ਅਤੇ ਆ ਕੇ ਸੋਹਣੀਆਂ ਗੱਲਾਂ ਕਰਦਾ। ਇਕੱਠੀਆਂ 3 ਸਰਕਾਰੀ ਛੁੱਟੀਆਂ ਕਾਰਨ ਕਾਲਜ ਕੀ ਬੰਦ ਹੋਇਆ। ਪ੍ਰੀਤ ਨੂੰ ਘਰੇ 3 ਦਿਨ ਕੱਢਣੇ ਮੁਸ਼ਕਲ ਹੋ ਗਏ। ਬਬਲੀ ਨੂੰ ਲੱਗ ਰਿਹਾ ਸੀ ਕਿ ਹੁਣ ਪ੍ਰੀਤ ਦੀ ਸਿਹਤ ਦਿਨੋਂ ਦਿਨ ਡਿੱਗਦੀ ਜਾ ਰਹੀ ਹੈ, ਪਰ ਕਲੇਸ਼ ਦੇ ਮਾਰੇ ਕੋਈ ਵੀ ਪ੍ਰੀਤ ਨਾਲ ਸਿੱਧੀ ਗੱਲ ਕਰਨੀ ਠੀਕ ਨਾ ਸਮਝਦਾ। ਪ੍ਰੀਤ ਨੂੰ ਖੋਹ ਜਿਹੀ ਪੈ ਰਹੀ ਸੀ। ਕਾਰ ਸਟਾਰਟ ਕੀਤੀ। ਸ਼ਹਿਰ ਜਾਣ ਤੋਂ ਪਹਿਲਾਂ ਬਬਲੀ ਨੂੰ ਕਹਿੰਦਾ, ਬਬਲੀ ਬੀਬੀ ਨੂੰ ਦੱਸ ਦੇਈਂ, ਮੈਂ ਆਪਣੇ ਦੋਸਤ ਨੂੰ ਮਿਲ ਕੇ ਸ਼ਾਮੀ ਜਲਦੀ ਆ ਜਾਵਾਂਗਾ। ਦੋਸਤ ਕੋਲੋਂ ਨੋਟਸ ਲੈਣ ਜਾ ਰਿਹਾ ਹਾਂ। ਪ੍ਰੀਤ ਦੇ ਜਾਣ ਤੋਂ ਬਾਅਦ ਬੇਬੇ ਨੇ ਬਬਲੀ ਨੂੰ ਪੁੱਛਿਆ, ਕੁੜੇ ਬਬਲੀ, ਮੈਂ 2,000 ਰੁਪਏ ਦਾ ਨੋਟ ਸੰਦੂਕ ਉੱਪਰ ਦੋੜੇ ਦੀ ਤਹਿ ਹੇਠ ਰੱਖਿਆ ਸੀ, ਤੈਂ ਤਾਂ ਨਹੀਂ ਲਿਆ? ਨਹੀਂ ਬੇਬੇ, ਮੈਂ ਤਾਂ ਤੇਰੇ ਕੋਲੋਂ ਹਮੇਸ਼ਾ ਮੰਗ ਕੇ ਹੀ ਲੈਂਦੀ ਹਾਂ ਪੈਸਾ ਧੇਲਾ, ਜੇ ਲੋੜ ਹੋਵੇ ਉਹ ਵੀ ਤਾਂ। ਹਾਂ, ਪ੍ਰੀਤ ਪਤਾ ਨਹੀਂ ਕੀ ਲੱਭ ਰਿਹਾ ਸੀ। ਬੇਬੇ ਅਤੇ ਬਬਲੀ ਦੋਨੋਂ ਸਮਝ ਗਈਆਂ। 4 ਵਜੇ ਚਿੱਟੀ ਆਲਟੋ ਮੇਸੀ ਦੀ ਦੁਕਾਨ ਮੈਡੀਕਲ ਸਟੋਰ ਅੱਗੇ ਰੁਕੀ। ਮੇਸੀ ਮਨ ਹੀ ਮਨ ਮੁਸਕਰਾਇਆ ਕਿ ਥੋਕ ਦਾ ਗਾਹਕ ਆ ਗਿਆ। ਪ੍ਰੀਤ ਨੇ ਇਸ਼ਾਰਿਆਂ ਨਾਲ ਸਮਝਾ ਦਿੱਤਾ। ਮੇਸੀ ਨੇ ਗੋਲੀਆਂ ਦੇ ਕਈ ਪੱਤੇ, ਟੀਕੇ, ਸਰਿੰਜਾਂ ਦੇ ਪੈਕਟ ਲਿਫਾਫੇ ਵਿੱਚ ਪਾ ਕੇ ਪ੍ਰੀਤ ਨੂੰ ਦੇ ਦਿੱਤੇ। ਕੱਚੇ ਕਾਗਜ਼ ਉੱਪਰ ਜੋੜ ਕੇ ਬਿੱਲ ਹੋਇਆ 2,000 ਰੁਪਏ। ਪ੍ਰੀਤ ਨੇ ਮੇਸੀ ਨੂੰ ਕਿਹਾ, ਮੇਰੇ ਕੋਲ ਸਾਰੇ 2,000 ਰੁਪਏ ਹੀ ਨੇ, ਵਾਪਸੀ ਲਈ ਤੇਲ ਵੀ ਪਵਾਉਣਾ, ਕੁਝ ਤੇ ਰਹਿਤ ਕਰ। ਮੇਸੀ ਨੇ ਵੀ ਫੜ ਮਾਰੀ। ਕੀ ਯਾਦ ਕਰੇਗਾ ਪ੍ਰੀਤ ਯਾਰ, ਆ ਲੈ 100 ਰੁਪਏ ਵਾਪਸ। ਪ੍ਰੀਤ ਨੇ ਹਲਦੀ ਲੱਗੀ ਵਾਲਾ 100 ਰੁਪਏ ਦਾ ਨੋਟ ਆਪਣੀ ਜੇਬ ਵਿੱਚ ਪਾ ਲਿਆ। ਹੁਣ ਮੈਂ ਪ੍ਰੀਤ ਦੀ ਜੇਬ ਵਿੱਚ ਆਲਟੋ 'ਤੇ ਸਵਾਰ ਸੀ। ਵਾਪਸ ਮੁੜਦੇ ਤੱਕ ਸ਼ਾਮ ਦੇ 6:30 ਵੱਜ ਚੁੱਕੇ ਸੀ। ਪ੍ਰੀਤ ਦਾ ਮਨ ਸੀ ਕਿ ਥੋੜ੍ਹਾ ਹਨੇਰੇ ਹੋਏ ਹੀ ਘਰ ਜਾਈਏ। ਪ੍ਰੀਤ ਨੇ ਕਾਰ ਨਹਿਰ ਵਾਲੀ ਪਟੜੀ ਪਾ ਲਈ। ਅੱਗੇ ਖੰਡਰ ਬਣ ਚੁੱਕੀ ਅੰਗਰੇਜ਼ ਅਫਸਰਾਂ ਦੇ ਆਰਾਮ ਲਈ ਬਣੀ ਨਹਿਰੀ ਕੋਠੀ ਦੇ ਗੇਟ ਅੰਦਰ ਕਾਰ ਰੋਕ ਲਈ ਅਤੇ ਕੁਝ ਸਮੇਂ ਲਈ ਦਵਾਈਆਂ ਵਾਲਾ ਲਿਫਾਫਾ ਫਰੋਲਣ ਲੱਗ ਪਿਆ। ਮੈਨੂੰ ਵੀ ਉਜਾੜ ਖੰਡਰਨੁਮਾ ਬੰਗਲੇ ਕੋਲੋਂ ਡਰ ਜਿਹਾ ਲੱਗ ਰਿਹਾ ਸੀ। ਰਾਤ ਦੇ 10 ਵੱਜ ਗਏ। ਪਰਿਵਾਰ ਪਰੇਸ਼ਾਨ। ਬਬਲੀ ਫੋਨ ਮਿਲਾਵੇ, ਬੈਲ ਵੱਜੇ, ਚੁੱਕੇ ਕੋਈ ਨਾ। ਸਾਰੇ ਰਿਸ਼ਤੇਦਾਰੀਆਂ ਵਿੱਚ ਫੋਨ ਕੀਤੇ, ਕਿਧਰੋਂ ਵੀ ਕੋਈ ਖਬਰ ਨਾ ਮਿਲੇ। ਪ੍ਰੀਤ ਦੇ ਕਾਲਜ ਦੇ ਸਾਰੇ ਦੋਸਤਾਂ ਨੂੰ ਸੁਨੇਹਾ ਭੇਜਿਆ, ਜੋ ਵੀ ਸੁਣੇ ਬਸ ਰੱਬ ਖੈਰ ਕਰੇ। ਸਾਰੇ ਪਿੰਡ ਵਿੱਚ ਰੌਲਾ ਪੈ ਗਿਆ। ਪ੍ਰੀਤ ਘਰ ਨਹੀਂ ਆਇਆ।
ਸਾਰੀ ਰਾਤ ਤੜਫਦੇ ਲੰਘੀ। ਨੀਂਦ ਕਿਸ ਨੂੰ ਆਉਣੀ ਸੀ? ਬੇਬੇ ਨੂੰ ਬਾਰ-ਬਾਰ ਦੰਦਲ ਪੈ ਜਾਵੇ। ਸਵੇਰ ਦੇ 5:30 ਵਜੇ ਪੰਜਾਬ ਸਰਕਾਰ ਵੱਲੋਂ ਸਵੈ ਇੱਛਾ ਨਾਲ ਸੇਵਾ ਨਿਭਾ ਰਿਹਾ ਖੁਸ਼ਹਾਲੀ ਦਾ ਰਾਖਾ ਫੌਜ ਦਾ ਰਿਟਾਇਰਡ ਹਵਲਦਾਰ ਆਤਮਾ ਸਿੰਘ ਆਪਣੀ ਰੋਜ਼ਾਨਾ ਦੀ ਨਹਿਰ ਦੀ ਪਟੜੀ ਉੱਪਰ ਸੈਰ ਕਰਦਾ ਜਦ ਪੁਰਾਣੀ ਨਹਿਰੀ ਕੋਠੀ ਕੋਲ ਪਹੁੰਚਿਆ ਤਾਂ ਚਿੱਟੀ ਆਲਟੋ ਕਾਰ ਗੇਟ ਦੇ ਅੰਦਰ ਖੜੀ ਦਿਖਾਈ ਦਿੱਤੀ। ਦੌੜ ਕੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਕਾਰ ਅੰਦਰੋਂ ਬੰਦ ਸੀ। ਆਤਮਾ ਸਿੰਘ ਨੇ ਤੁਰੰਤ ਸਰਪੰਚ ਅਤੇ ਸ਼ਹੀਦ ਭਗਤ ਸਿੰਘ ਦੇ ਕਲੱਬ ਨੂੰ ਫੋਨ ਕੀਤਾ। ਗੱਲ ਕੀ 20-25 ਮਿੰਟਾਂ ਵਿੱਚ ਗੱਡੀਆਂ ਮੋਟਰਸਾਈਕਲਾਂ ਨਾਲ ਸਾਰਾ ਪਿੰਡ ਹੀ ਨਹਿਰੀ ਕੋਠੀ ਪਹੁੰਚ ਗਿਆ। ਪੁਲਿਸ ਦੀ ਵੈਨ ਵੀ ਆ ਗਈ, ਪਰ ਵੇਲਾ ਖੁੰਝ ਚੁੱਕਿਆ ਸੀ। ਕਾਰ ਦਾ ਲਾਕ ਤੋੜਿਆ ਗਿਆ। ਪ੍ਰੀਤ ਦਾ ਸਿਰ ਇੱਕ ਪਾਸੇ ਲੁੜਕ ਚੁੱਕਿਆ ਸੀ। ਲਾਸ਼ ਨੂੰ ਖਿੱਚ ਕੇ ਬਾਹਰ ਕੱਢਿਆ। ਪੁਲਿਸ ਵਾਲਿਆਂ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ। ਨਸ਼ੇ ਦੀਆਂ ਗੋਲੀਆਂ, ਟੀਕੇ, ਸਿਰੰਜਾਂ ਦੇ ਪੈਕਟ ਵਾਲਾ ਲਿਫਾਫਾ ਕਾਰ ਦੇ ਡੈਸ਼ਬੋਰਡ ਵਿੱਚੋਂ ਮਿਲ ਗਿਆ। ਇੱਕ ਸਿਰੰਜ ਅਜੇ ਵੀ ਪ੍ਰੀਤ ਦੀ ਬਾਂਹ ਵਿੱਚ ਲਟਕ ਰਹੀ ਸੀ। ਕਾਰ ਦੀ ਤਲਾਸ਼ੀ ਲਈ ਗਈ। ਲਾਈਟਰ, ਸਿਲਵਰ ਪੇਪਰ ਅਤੇ ਚਿੱਟੇ ਪਾਊਡਰ ਦੇ ਖਾਲੀ ਪੈਕਟ ਆਦਿ ਮਿਲੇ। ਪ੍ਰੀਤ ਦੀ ਪੈਂਟ ਵਿੱਚੋਂ ਖਾਲੀ ਪਰਸ ਅਤੇ ਕਮੀਜ਼ ਦੀ ਜੇਬ ਵਿੱਚੋਂ ਜੋ ਹਲਦੀ ਵਾਲਾ 100 ਰੁਪਏ ਦਾ ਨੋਟ ਮਿਲਿਆ ਉਸ ਨੂੰ ਕਲੱਬ ਦੇ ਪ੍ਰਧਾਨ ਨੇ ਪ੍ਰੀਤ ਦੇ ਬਾਪੂ ਨੂੰ ਦੇ ਦਿੱਤਾ। ਪੁਲਿਸ ਵਾਲਿਆਂ ਨੇ ਸਰਪੰਚ ਨਾਲ ਗੱਲ ਕਰਕੇ ਲਾਸ਼ ਨੂੰ ਐਂਬੂਲੈਂਸ ਵਿੱਚ ਰੱਖ ਦਿੱਤਾ। ਜਿਉਂ ਹੀ ਐਂਬੂਲੈਂਸ ਜ਼ਿਲ੍ਹਾ ਹਸਪਤਾਲ ਨੂੰ ਰਵਾਨਾ ਹੋਈ, ਸਾਰਾ ਪਿੰਡ ਉਸਦੇ ਪਿੱਛੇ ਸ਼ਹਿਰ ਵੱਲ ਨੂੰ ਹੋ ਤੁਰਿਆ। ਰਾਤੀ ਪਿੰਡ ਵਾਲਾ ਡਾਕਟਰ ਬੇਬੇ ਸੁਰਜੀਤ ਕੌਰ ਨੂੰ ਨੀਂਦ ਦੀ ਦਵਾਈ ਦੇ ਗਿਆ ਸੀ। ਉਹ ਅਜੇ ਨੀਂਦ ਵਿੱਚ ਹੀ ਸੀ, ਪਰ ਰੋਂਦੀ ਬਬਲੀ 3-4 ਬੁੜੀਆਂ ਤੋਂ ਸੰਭਾਲੀ ਨਾ ਜਾਵੇ। ਬਾਬਲ ਦਾ ਵਿਹੜਾ ਸੁੰਨਾ ਕਰ ਗਿਆ ਵੇ ਵੀਰਾ, ਤੈਨੂੰ ਕਿਹੜੇ ਲਾਡ ਨਹੀਂ ਲੜਾਏ ਵੇ ਵੀਰਾ, ਸਾਨੂੰ ਜਿਉਂਦਿਆਂ ਨੂੰ ਮਾਰ ਗਿਆ ਵੇ ਵੀਰਾ, ਰੱਖੜੀ ਮੈਂ ਹੁਣ ਕਿਹਦੇ ਗੁੱਟ ਤੇ ਬੰਨੂ ਵੇ ਵੀਰਾ। ਬੇਬੇ ਨੂੰ ਜਦੋਂ ਥੋੜ੍ਹੀ ਜਿਹੀ ਹੋਸ਼ ਆਵੇ, ਥੋੜ੍ਹਾ ਜੂਸ ਜਾਂ ਖਿਚੜੀ ਖਵਾ ਕੇ ਫਿਰ ਨੀਂਦ ਦੀ ਗੋਲੀ ਦੇ ਦੇਣ। ਹਮੀਰ ਸਿੰਘ ਦਾ ਪਰਨਾ ਢਿੱਲਾ ਹੋ ਕੇ ਗਲ ਵਿੱਚ ਆ ਗਿਆ ਸੀ। ਹਮੀਰ ਸਿੰਘ ਦੀਆਂ ਅੱਖਾਂ ਵਿੱਚੋਂ ਵਹਿੰਦੇ ਅੱਥਰੂ ਅੱਖਾਂ ਹੇਠ ਦਾੜੀ ਤੱਕ ਆ ਕੇ ਸੁੱਕ ਚੁੱਕੇ ਸੀ। ਬਾਪੂ ਨਾ ਰੋਵੇ ਨਾ ਬੋਲੇ, ਬਸ ਵਾਰ-ਵਾਰ ਕਦੇ ਸਿਰ ਦੇ ਵਾਲ ਪੁੱਟੇ, ਕਦੇ ਦਾੜੀ ਦੇ। ਇਕੱਲੀ ਬਬਲੀ ਦੇ ਸੀਨਾ ਚੀਕ ਦੇ ਬੈਣ ਸਾਰੇ ਪਿੰਡ ਵਿੱਚ ਗੂੰਜ ਰਹੇ ਸੀ। ਦੁਪਹਿਰੇ 2 ਵਜੇ ਤੱਕ ਸਾਰੇ ਰਿਸ਼ਤੇਦਾਰ, ਪਿੰਡ ਵਾਲੇ, ਕਲੱਬ ਦੇ ਮੈਂਬਰ, ਕਿਸਾਨ ਯੂਨੀਅਨ ਵਾਲੇ ਪਿੰਡ ਦੇ ਗੁਰਦੁਆਰੇ ਵਿੱਚ ਬੈਠੇ ਸਨ। ਐਂਬੂਲੈਂਸ ਗੁਰਦੁਆਰੇ ਦੇ ਦਰਵਾਜ਼ੇ ਅੱਗੇ ਰੁਕੀ। ਸਰਪੰਚ ਅਤੇ ਪੁਲਿਸ ਮੁਲਾਜ਼ਮ ਪੋਸਟਮਾਰਟਮ ਕਰਵਾ ਕੇ ਲਾਸ਼ ਅੰਤਮ ਸੰਸਕਾਰ ਲਈ ਲੈ ਆਏ ਸੀ। ਲਾਸ਼ ਨੂੰ ਗੱਡੀ ਵਿੱਚੋਂ ਕੱਢ ਕੇ ਮੰਜੇ ਉੱਪਰ ਰੱਖ ਦਿੱਤਾ ਗਿਆ। ਜਿਉਂ ਹੀ ਅੰਤਮ ਦਰਸ਼ਨ ਲਈ ਲਾਸ਼ ਦੇ ਮੂੰਹ ਪਰੋਂ ਚਾਦਰ ਹਟਾਈ, ਬਬਲੀ ਤਾਂ ਵੀਰ ਨੂੰ ਚਿੰਬੜ ਹੀ ਗਈ। ਸਾਡੀ ਦੁਨੀਆ ਉਜਾੜ ਕੇ ਤੁਰ ਚੱਲਿਆ ਵੇ ਵੀਰਾ। ਬਬਲੀ ਨੂੰ ਖਿੱਚ ਕੇ ਲਾਸ਼ ਨਾਲੋਂ ਅਲੱਗ ਕਰ ਲਿਆ, ਪਰ ਬੇਬੇ ਤਾਂ ਲਾਸ਼ ਦੇ ਉੱਪਰ ਹੀ ਡਿੱਗ ਪਈ। ਕੁਝ ਬੋਲੇ ਵੀ ਨਾ। ਸਰੀਰ ਦੀ ਹਰਕਤ ਸਥਿਰ ਦੇਖ ਕੇ ਮਾਮੇ ਜਰਨੈਲ ਨੇ ਕਿਹਾ, ਪ੍ਰੀਤ ਤਾਂ ਵਾਪਸ ਨਹੀਂ ਆ ਸਕਦਾ। ਭੈਣ ਸੁਰਜੀਤ ਨੂੰ ਇਸੇ ਐਂਬੂਲੈਂਸ ਵਿੱਚ ਸ਼ਹਿਰ ਲੈ ਚੱਲੋ। ਮਾਮਾ ਮਾਮੀ ਸੁਰਜੀਤ ਕੌਰ ਨੂੰ ਲੈ ਕੇ ਸ਼ਹਿਰ ਵੱਲ ਰਵਾਨਾ ਹੋ ਗਏ। ਜਿਉਂ ਹੀ 4 ਬੰਦਿਆਂ ਨੇ ਪ੍ਰੀਤ ਦੀ ਲਾਸ਼ ਵਾਲਾ ਮੰਜਾ ਉਠਾਇਆ, ਬੈਣ, ਸਿਸਕੀਆਂ ਅਤੇ ਹੰਝੂਆਂ ਦਾ ਸੈਲਾਬ ਜਿਹਾ ਆ ਗਿਆ। ਜਿਉਂ ਹੀ ਜਨਾਜ਼ਾ ਮੁੱਖ ਸੜਕ ਤੋਂ ਸ਼ਮਸ਼ਾਨ ਘਾਟ ਵਾਲੀ ਸੜਕ ਵੱਲ ਮੁੜਿਆ, ਪੰਜਾਬ ਸਰਕਾਰ ਦਾ ਨਸ਼ਾ ਮੁਕਤ ਪੰਜਾਬ ਵਾਲਾ ਵੱਡਾ ਬੋਰਡ ਚਮਕ ਰਿਹਾ ਸੀ। ਸੰਸਕਾਰ ਤੋਂ ਤੀਸਰੇ ਦਿਨ ਫੁੱਲ ਚੁਗਣ ਦੀ ਰਸਮ ਤੋਂ ਬਾਅਦ ਕੁਝ ਖਾਸ ਰਿਸ਼ਤੇਦਾਰ ਗੁਰਦੁਆਰਾ ਸਾਹਿਬ ਇਕੱਠੇ ਬੈਠੇ ਸੀ। ਫੈਸਲਾ ਹੋਇਆ ਕਿ ਤਾਇਆ ਕਰਮ ਸਿੰਘ ਅਤੇ ਪਰਿਵਾਰ ਦੇ 4-5 ਜੀ ਫੁੱਲ ਪਾਉਣ ਜਾਣਗੇ। ਕਰਮ ਸਿੰਘ ਨੇ ਪ੍ਰੀਤ ਦੀਆਂ ਅਸਥੀਆਂ ਵਾਲੀ ਚਿੱਟੇ ਕੱਪੜੇ ਦੀ ਪੋਟਲੀ ਗਾਤਰੇ ਦੀ ਤਰ੍ਹਾਂ ਆਪਣੇ ਮੋਢੇ ਨਾਲ ਬੰਨ੍ਹ ਲਈ। ਸਾਰੇ ਰਿਸ਼ਤੇਦਾਰਾਂ, ਸੰਬੰਧੀਆਂ ਅਤੇ ਪਿੰਡ ਵਾਲਿਆਂ ਨੇ ਕਰਮ ਸਿੰਘ ਦੇ ਪੱਲੇ ਵਿੱਚ ਸ਼ਰਧਾ ਮੁਤਾਬਕ ਮਾਇਆ ਪਾਈ, ਜਿਸ ਤਰ੍ਹਾਂ ਦੀ ਰਸਮ ਹੈ। ਬਾਪੂ ਹਮੀਰ ਸਿੰਘ ਨੇ ਵੀ ਆਪਣੀ ਜੇਬ ਵਿੱਚੋਂ ਕੁਝ ਨੋਟ ਕਰਮ ਸਿੰਘ ਦੀ ਝੋਲੀ ਵਿੱਚ ਪਾ ਦਿੱਤੇ।
ਜਿਨ੍ਹਾਂ ਵਿੱਚ ਇੱਕ ਹਲਦੀ ਵਾਲਾ 100 ਰੁਪਏ ਦਾ ਨੋਟ ਵੀ ਸੀ। ਹਸਤੀਆਂ ਵਿਦਾ ਹੁੰਦੇ ਸਮੇਂ ਬਾਪੂ ਹਮੀਰ ਸਿੰਘ ਨੇ ਆਪਣੇ ਵੱਡੇ ਭਰਾ ਕਰਮ ਸਿੰਘ ਨੂੰ ਕਿਹਾ, ਕਰਮਿਆ, ਕੀਰਤਪੁਰ ਸਾਹਿਬ ਜਾ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੀ ਕਿ ਪੰਜਾਬ ਦੀ ਜਵਾਨੀ ਬਰਬਾਦ ਹੋ ਚੁੱਕੀ ਹੈ। ਪਰਿਵਾਰ ਉੱਜੜ ਚੁੱਕੇ ਹਨ। ਵਾਹਿਗੁਰੂ ਹੁਣ ਹੋਰ ਕਿਸੇ ਦੇ ਪੁੱਤਰ ਨੂੰ ਨਜ਼ਰ ਨਾ ਲੱਗੇ। ਹਸਤੀਆਂ ਤੁਰ ਜਾਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਕਲੱਬ ਵਾਲੇ ਮੁੰਡੇ ਆਪਸ ਵਿੱਚ ਘੁਸਰ ਮੁਸਰ ਕਰ ਰਹੇ ਸਨ। ਪ੍ਰਧਾਨ ਹੈਪੀ ਕਹਿ ਰਿਹਾ ਸੀ ਕਿ ਭਗਤ ਸਿੰਘ, ਰਾਜਗੁਰੂ, ਸਰਾਭਾ ਊਧਮ ਸਿੰਘ ਨੇ ਇਸ ਤਰ੍ਹਾਂ ਦੇ ਆਜ਼ਾਦ ਭਾਰਤ ਦੇ ਸੁਪਨੇ ਵੇਖੇ ਸੀ। ਬਸ ਹੁਣ ਬਹੁਤ ਹੋ ਗਿਆ, ਹੁਣ ਵਿਚਾਰਾਂ ਨਹੀਂ, ਐਕਸ਼ਨ ਹੋਣਗੇ। ਸਰਕਾਰ ਦੇ ਨਸ਼ਾ ਮੁਕਤ ਪੰਜਾਬ ਵਾਲੀ ਮੁਹਿੰਮ ਨੂੰ ਜੇ ਆਪਣਾ ਪਿੰਡ ਚਾਹੇ ਤਾਂ ਕਾਮਯਾਬ ਬਣਾ ਸਕਦੇ ਹਾਂ। ਅਗਲੇ ਦਿਨ ਅਖਬਾਰ ਦੀ ਖਬਰ ਸੀ, ਇਲਾਕੇ ਦੇ 3 ਨਸ਼ਾ ਤਸਕਰ ਅਤੇ 5 ਮੈਡੀਕਲ ਸਟੋਰ ਮਾਲਕ ਗ੍ਰਿਫਤਾਰ। ਹੁਣ ਸਭ ਨੂੰ ਤੰਦਰੁਸਤ ਪੰਜਾਬ ਦੀ ਆਹਟ ਮਹਿਸੂਸ ਹੋ ਰਹੀ ਸੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ।